तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। ਸਤਿਨਾਮ ਧੰਨ ਵਾਹਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਨ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਨਾਹੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂ ਨਾਹੀ ਵਿਸਰਿਆ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਮ ਨਿਧ ਆਵੈ ਤਾਏ। ਤੇਗ ਬਹਾਦਰ ਸਿਮਰਿਐ ਘਰ ਨਾਮ ਨਿਧ ਆਵੈ ਤਾਏ। ਸਭ ਥਾਹੀਂ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨੌਵੇਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਦੇਸ਼ ਵਿਦੇਸ਼ ਦੇ ਅੰਦਰ ਬੈਠ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਗੁਰ ਇਤਿਹਾਸ ਨੂੰ ਲੜੀਵਾਰ ਸਰਵਨ ਕਰ ਰਹੇ ਹੋ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਪਿਛਲੇ ਦੀਵਾਨ ਦੇ ਵਿੱਚ ਸਰਵਨ ਕੀਤਾ ਕਿ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਬਨਾਰਸ ਦੀ ਧਰਤੀ 'ਤੇ ਪਹੁੰਚੇ ਨੇ ਅਤੇ ਸਤਿਗੁਰੂ ਮਹਾਰਾਜ ਜਿੱਥੇ ਬਨਾਰਸ ਦੇ ਲੋਕ ਜਿਹੜੇ ਸਨ ਕੁਝ ਕਰਮ ਕਾਂਡਾਂ ਦੇ ਵਿੱਚ ਜਿਨ੍ਹਾਂ ਦਾ ਮਨ ਜੁੜਿਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਕਰਮ ਕਾਂਡਾਂ ਵਿੱਚੋਂ ਕੱਢ ਕੇ ਅਤੇ ਜੀਵਨ ਜੁਗਤ ਦੱਸੀ। ਜੌਨਪੁਰ ਦੀ ਸੰਗਤ ਭਾਈ ਗੁਰਬਖਸ਼ ਜੀ ਜਿਹੜੇ ਮਸੰਦ ਸਨ, ਉਹ ਸੰਗਤ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ। ਬੜੇ ਪਿਆਰ ਦੇ ਨਾਲ ਉਹਨਾਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੀਰਤਨ ਦੀ ਦਾਤ ਦਿੱਤੀ। ਅਸੀਸ ਦਿੰਦਿਆਂ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਸੀ ਕਿ ਭਾਈ ਗੁਰਬਖਸ਼ ਜੀ, ਆਪ ਜੀ ਦੀ ਕੁੱਲ ਦੇ ਵਿੱਚ, ਆਪ ਜੀ ਦੇ ਪਰਿਵਾਰ ਅੰਦਰ ਹਮੇਸ਼ਾ ਕੀਰਤਨ ਰਹੇਗਾ। ਆਪ ਜੀ ਹਮੇਸ਼ਾ ਕੀਰਤਨ ਦੇ ਨਾਲ ਜੁੜੇ ਰਹੋਗੇ।
ਸਤਿਗੁਰੂ ਮਹਾਰਾਜ ਜੀ ਨੇ ਫਿਰ ਜੌਨਪੁਰ ਦੀ ਜਿਹੜੀ ਸੰਗਤ ਸੀ ਉਹਨਾਂ ਨੂੰ ਮਿਰਦੰਗ ਵੀ ਦਿੱਤੀ। ਤੇ ਮਿਰਦੰਗ ਦੇ ਨਾਲ, ਕਿਉਂਕਿ ਗੁਰਮਤ ਦਾ ਇਹ ਰਵਾਇਤੀ ਜਿਹੜਾ ਸੀ ਸਾਜ਼ ਸੀ, ਸਤਿਗੁਰੂ ਮਹਾਰਾਜ ਜੀ ਨੇ ਮਿਰਦੰਗ ਦੇ ਕਰਕੇ ਭਾਈ ਗੁਰਬਖਸ਼ ਤੇ ਜੌਨਪੁਰ ਦੀ ਸੰਗਤ ਨੂੰ ਕਿਹਾ ਕਿ ਆਪ ਕੀਰਤਨ ਕਰੋ, ਕੀਰਤਨ ਦੇ ਵਿੱਚ ਕਰਤਾ ਵਸਦਾ ਹੈ। ਇਸੇ ਹੀ ਬਨਾਰਸ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਜੀ ਦਾ ਘੋੜਾ ਜਿਹਦਾ ਨਾਮ ਸ੍ਰੀਧਰ ਹੈ। ਇਹ ਸ੍ਰੀਧਰ ਜਿਹੜਾ ਘੋੜਾ ਸੀ, ਕਿਉਂਕਿ ਸਤਿਗੁਰੂ ਮਹਾਰਾਜ ਜੀ ਅਨੰਦਪੁਰ ਸਾਹਿਬ ਨੂੰ ਵਸਾਉਣ ਤੋਂ ਬਾਅਦ ਮਹਾਰਾਜ ਜੀ ਨੇ ਇਸ ਪੂਰਬ ਵਾਲੇ ਪਾਸੇ ਨੂੰ ਰਟਨ ਕਰਨਾ ਕੀਤਾ ਤੇ ਘੋੜਾ ਜਿਹੜਾ ਸੀ ਇੱਥੇ ਆ ਕਰਕੇ ਬਿਮਾਰ ਹੋਇਆ। ਇਹ ਸ੍ਰੀਧਰ ਘੋੜਾ ਜਿਸ ਵੇਲੇ ਬਿਮਾਰ ਹੁੰਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਇੱਕ ਸਿੱਖ ਨੇ, ਬਨਾਰਸ ਦੇ ਰਹਿਣ ਵਾਲੇ ਜਵਾਹਰੀ ਮੱਲ, ਮਹਾਰਾਜ ਜੀ ਨੇ ਜਵਾਹਰੀ ਮੱਲ ਜਿਹੜਾ ਸੀ ਉਹਨੂੰ ਹੁਕਮ ਲਾ ਦਿੱਤਾ ਕਿ ਆਪ ਜੀ ਨੇ ਇਸ ਘੋੜੇ ਦੀ ਜਿਹੜੀ ਹੈ ਉਹ ਸੇਵਾ ਸੰਭਾਲ ਕਰਨੀ। ਤੇ ਜਿਸ ਵੇਲੇ ਇਹ ਘੋੜਾ ਰਾਜੀ ਹੋ ਜਾਵੇ, ਠੀਕ ਹੋ ਜਾਵੇ, ਤੇ ਇਸ ਘੋੜੇ ਨੂੰ ਜਿਹੜਾ ਹੈ ਆਪ ਜੀ ਨੇ ਪਟਨਾ ਦੀ ਧਰਤੀ ਤੇ ਛੱਡ ਕੇ ਆਉਣਾ। ਮਹਾਰਾਜ ਜੀ ਦਾ ਹੁਕਮਨਾਮਾ ਵੀ ਸਤਿਗੁਰੂ ਮਹਾਰਾਜ ਜੀ ਨੇ ਲਿਖ ਕੇ ਜਵਾਹਰੀ ਮੱਲ ਨੂੰ ਜਿਹੜਾ ਸੀ ਉਹ ਦੇਣਾ ਕੀਤਾ ਕਿ ਭਾਈ ਜਵਾਹਰੀ ਸਰਬੱਤ ਸੰਗਤ ਗੁਰੂ ਰੱਖੇਗਾ। ਮਹਾਰਾਜ ਜੀ ਦੇ ਬਚਨ ਸੀ ਕਿ ਭਾਈ ਜਵਾਹਰੀ ਮੱਲ ਜੀ, ਸੰਗਤ ਨੂੰ ਗੁਰੂ ਆਪ ਰੱਖਦਾ ਹੈ, ਸ੍ਰੀਧਰ ਕੀ ਸੰਗਤ ਸੇਵਾ ਕਰੇ। ਸ੍ਰੀਧਰ ਇੱਥੇ ਘੋੜੇ ਦਾ ਨਾਮ, ਤੇ ਮਹਾਰਾਜ ਨੇ ਹੁਕਮਨਾਮੇ ਦੇ ਵਿੱਚ ਵੀ ਇਹ ਕਹਿ ਦਿੱਤਾ ਕਿ ਸ੍ਰੀਧਰ ਕੀ ਸੇਵਾ ਸੰਗਤ ਕਰੇ, ਅਲੂਫਾ ਸ੍ਰੀਧਰ ਨੂੰ ਦੇਣਾ। ਅਲੂਫਾ ਤੋਂ ਭਾਵ ਇਹ ਹੁੰਦਾ ਸੀ ਕਿ ਜਿਤਨੀ ਸੰਗਤ ਗੁਰੂ ਕੀ, ਗੁਰੂ ਕੇ ਸਿੱਖਾਂ ਦੀ ਸੇਵਾ ਕਰਦੀ ਹੈ, ਉਨੀ ਹੀ ਸੇਵਾ ਸਤਿਗੁਰੂ ਮਹਾਰਾਜ ਜਿਵੇਂ ਜਿਸ ਘੋੜੇ ਨੂੰ ਵਰਤਦੇ ਹਨ ਉਹਦੀ ਸੇਵਾ ਉਹਦੇ ਵਾਸਤੇ ਭੇਟਾ ਜਿਹੜੀ ਹੈ ਉਹ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਇਹ ਵੀ ਕਿਹਾ ਕਿ ਸ੍ਰੀਧਰ ਜਿਸ ਵੇਲੇ ਚੰਗਾ ਹੋ ਜਾਵੇ ਤਾਂ ਪਟਨੇ ਪਹੁੰਚਾਏ ਦੇਣਾ। ਇਹ ਹੁਕਮਨਾਮੇ ਦੇ ਜਿਹੜੇ ਸੀ ਉਹ ਹੂਬਹੂ ਬਚਨ ਜਿਹੜੇ ਵਿਦਵਾਨਾਂ ਨੇ ਦਰਜ ਕੀਤੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਵੀ ਜਿਸ ਘੋੜੇ ਦੀ ਵਰਤੋਂ ਆਪਣੇ ਵਾਸਤੇ ਕਰਦੇ ਸਨ ਉਹਦਾ ਨਾਮ ਹੀ ਨੀਲਾ ਸੀ। ਰੰਗ ਸਾਧ ਸੰਗਤ ਜੀ ਨੀਲਾ ਨਹੀਂ ਸੀ, ਘੋੜੇ ਦਾ ਨਾਮ ਨੀਲਾ ਸੀ। ਤੇ ਸਤਿਗੁਰੂ ਗੁਰਦੇਵ ਪਾਤਸ਼ਾਹ ਜਿਸ ਵੇਲੇ ਚਮਕੌਰ ਦੀ ਗੜੀ ਛੱਡਦੇ ਨੇ ਤੇ ਉਸ ਵੇਲੇ ਘੋੜੇ ਨੂੰ ਵੀ ਉੱਥੇ ਚਮਕੌਰ ਦੇ ਵਿੱਚ ਛੱਡਿਆ ਸੀ। ਮਹਾਰਾਜ ਪੈਦਲ ਨਿਕਲੇ ਚਮਕੌਰ ਦੀ ਗੜੀ ਅੰਦਰੋਂ। ਸਤਿਗੁਰੂ ਮਹਾਰਾਜ ਨੇ ਇੱਥੋਂ ਤੱਕ ਕਿ ਚਰਨਾਂ ਦੇ ਵਿੱਚ ਵੀ ਜੋੜਾ ਨਹੀਂ ਪਾਇਆ ਤੇ ਆਲਮਗੀਰ ਦੇ ਅਸਥਾਨ ਤੇ ਭਾਈ ਦਰਗਾਹੀਆ ਜਿਹੜਾ ਸੀ ਉਹਨੇ ਸਤਿਗੁਰੂ ਮਹਾਰਾਜ ਜੀ ਨੂੰ ਘੋੜਾ ਭੇਟ ਕੀਤਾ ਜਿਹਦਾ ਨਾਂ ਸੀ ਜਾਨ ਭਾਈ ਜਾਨ। ਇਹ ਘੋੜਿਆਂ ਦੇ ਨਾਮ ਨੇ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜਿਸ ਘੋੜੇ ਦੀ ਵਰਤੋਂ ਕਰਦੇ ਨੇ, ਜਿਸ ਘੋੜੇ ਦੇ ਉੱਪਰ ਸਤਿਗੁਰੂ ਮਹਾਰਾਜ ਸਫ਼ਰ ਪੇ ਕਰਦੇ ਨੇ, ਉਸ ਘੋੜੇ ਦਾ ਨਾਮ ਹੈ ਸ੍ਰੀਧਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਘੋੜੇ ਦੀ ਵਰਤੋਂ ਕੀਤੀ ਉਸ ਘੋੜੇ ਦਾ ਨਾਮ ਹੈ ਨੀਲਾ। ਫਿਰ ਦੂਸਰਾ ਘੋੜਾ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਵਰਤਿਆ ਉਹ ਹੈ ਜਾਨ ਭਾਈ ਜਾਨ। ਸਤਿਗੁਰੂ ਮਹਾਰਾਜ ਪਾਤਸ਼ਾਹ ਫਿਰ ਇੱਥੋਂ ਜਿਹੜਾ ਸੀ ਬਨਾਰਸ ਦੀ ਧਰਤੀ ਤੋਂ ਪਟਨੇ ਵੱਲ ਨੂੰ ਜਾਂਦੇ ਆ, ਰਸਤੇ ਦੇ ਵਿੱਚ ਨਗਰ ਹੈ ਜਿਹਨੂੰ ਸਾਸਾਰਾਮ, ਸਸਰਾਮ ਕਰਕੇ ਵੀ ਕਿਹਾ ਜਾਂਦਾ। ਇਹ ਵੀ ਬਿਹਾਰ ਦੀ ਧਰਤੀ ਦੇ ਉੱਪਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਇੱਥੇ ਜਾਂਦੇ ਨੇ ਤੇ ਮਹਾਰਾਜ ਜੀ ਦੇ ਘਰ ਦਾ ਮਸੰਦ ਜਿਹਦਾ ਨਾਮ ਸੀ ਚਾਚਾ ਫੱਗੂ, ਸਾਰੇ ਉਹਨਾਂ ਨੂੰ ਚਾਚਾ ਫੱਗੂ ਕਰਕੇ ਜਿਹੜਾ ਸੀ ਉਹ ਨਿਵਾਜਦੇ ਸੀ, ਉਹਨਾਂ ਦਾ ਸਤਿਕਾਰ ਕਰਿਆ ਕਰਦੇ ਸੀ। ਔਰ ਇਹ ਸਾਸਾਰਾਮ ਦੀ ਧਰਤੀ ਉਹ ਹੈ ਜਿਸ ਧਰਤੀ ਦੇ ਉੱਤੇ ਹਿੰਦੁਸਤਾਨ ਦੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦਾ ਜਨਮ ਹੋਇਆ। ਇਸ ਧਰਤੀ ਦੇ ਉੱਤੇ ਉਹਦੀ ਪਾਲਣ ਪੋਸ਼ਣਾ ਹੋਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇਹ ਸਿੱਖ ਜਿਹੜੇ ਸਨ ਬੜੇ ਹੀ ਪ੍ਰੇਮ ਤੇ ਭਾਵਨਾ ਦੇ ਵਿੱਚ ਭਿੱਜੇ ਹੋਏ ਸਿੱਖ ਸਨ, ਜਿਨ੍ਹਾਂ ਨੂੰ ਫੱਗੂ ਜੀ ਕਹਿੰਦੇ, ਚਾਚਾ ਫੱਗੂ ਸੰਗਤ ਕਰਕੇ ਕਹਿਣਾ। ਇਹਨਾਂ ਨੇ ਜਦੋਂ ਆਪਣਾ ਘਰ ਬਣਾਉਣਾ ਕੀਤਾ ਤੇ ਚਾਚੇ ਫੱਗੂ ਨੇ ਆਪਣੇ ਘਰ ਦਾ ਜਿਹੜਾ ਦਰਵਾਜ਼ਾ ਸੀ ਉਹ ਬਹੁਤ ਵੱਡਾ ਕਰਕੇ ਰੱਖ ਲਿਆ। ਲੋਕ ਕਹਿੰਦੇ ਸੀ ਚਾਚਾ ਫੱਗੂ ਨੂੰ ਕਿ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਜਿਹੜਾ ਹੈ ਇੰਨਾ ਵੱਡਾ ਕਿਉਂ ਰੱਖਿਆ ਹੋਇਆ ਹੈ। ਤੇ ਚਾਚਾ ਫੱਗੂ ਜੀ ਨੇ ਕਹਿਣਾ ਕਿ ਛੋਟੇ ਦਵਾਰ ਅੰਤਰ ਕਿਮ ਵੜੇ, ਜੇ ਬੂਹਾ ਛੋਟਾ ਹੋਵੇਗਾ, ਜੇ ਦਰਵਾਜ਼ਾ ਛੋਟਾ ਹੋਵੇਗਾ ਤੇ ਉਹਦੇ ਵਿੱਚ ਵੜਨਾ, ਉਹਦੇ ਥਾਣੇ ਲੰਘਣਾ ਔਖਾ ਹੋਵੇਗਾ। ਇਸ ਬੜੇ ਦਵਾਰ ਆਵੇਂ ਪ੍ਰਭ ਚੜੇ, ਤੇ ਜੇ ਦਰਵਾਜ਼ਾ ਵੱਡਾ ਰੱਖਾਂਗਾ ਤੇ ਮੇਰਾ ਪ੍ਰਭੂ, ਮੇਰਾ ਮਾਲਕ
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਚੜੇ ਹੋਏ ਘੋੜੇ ਦੇ ਉੱਤੇ, ਚੜੇ ਘੋੜੇ ਤੇ ਸਵਾਰ ਹੋ ਕਰਕੇ ਸਤਿਗੁਰੂ ਮਹਾਰਾਜ ਆਪ ਦਾਤਾ ਪਾਤਸ਼ਾਹ ਜਿਹੜਾ ਹੈ ਉਹ ਘੋੜੇ ਤੇ ਸਵਾਰ ਹੋ ਕੇ ਘਰ ਦੇ ਅੰਦਰ ਆ ਜਾਵੇਗਾ। ਉਹਨਾਂ ਨੇ ਘਰ ਦੇ ਵਿੱਚ ਜਿਹੜਾ ਵਿਹੜਾ ਸੀ, ਜਿਹੜਾ ਆਂਗਨ ਸੀ, ਸਤਿਗੁਰੂ ਮਹਾਰਾਜ ਵਾਸਤੇ ਨਾ ਬੜਾ ਖੁੱਲ੍ਹਾ ਉਸ ਘਰ ਨੂੰ ਬਣਾਉਣਾ ਕੀਤਾ। ਲੋਕਾਂ ਨੇ ਪੁੱਛਣਾ ਕਿ ਚਾਚਾ ਫੱਗੂ ਘਰ ਦਾ ਵਿਹੜਾ ਬੜਾ ਖੁੱਲ੍ਹਾ ਰੱਖਿਆ ਹੈ, ਇਹ ਕਾਸ ਵਾਸਤੇ ਰੱਖਿਆ? ਤੇ ਚਾਚੇ ਫੱਗੂ ਨੇ ਕਹਿਣਾ ਕਿ ਮੇਰਾ ਦਾਤਾ ਜਦੋਂ ਆਉਂਦਾ ਹੈ ਨਾ, ਮੇਰਾ ਕਰਤਾਰ, ਮੇਰਾ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਆਉਣਗੇ ਤੇ ਉਹਨਾਂ ਦੇ ਨਾਲ ਸਿੱਖ ਸੰਗਤ ਬਹੁਤੀ ਹੋਵੇਗੀ, ਤੇ ਸਿੱਖ ਸੰਗਤ ਬਹੁਤ ਹੋਣ ਕਰਕੇ ਜਗ੍ਹਾ ਥੋੜ੍ਹੀ ਨਾ ਪਵੇ, ਇਸ ਕਰਕੇ ਮੈਂ ਘਰ ਜਿਹੜਾ ਹੈ ਉਹ ਵਿਹੜਾ ਖੁੱਲ੍ਹਾ ਰੱਖਿਆ ਹੋਇਆ ਹੈ। ਪਲੰਘਾ ਘਰ ਦੇ ਵਿੱਚ ਬਿਠਾਇਆ, ਬਣਾਇਆ ਬਿਠਾਉਣ ਵਾਸਤੇ ਸਤਿਗੁਰੂ ਮਹਾਰਾਜ ਜੀ ਨੂੰ, ਔਰ ਆਪ ਥੱਲੇ ਹੀ ਵਿਸ਼ਰਾਮ ਕਰਦੇ ਰਹੇ ਕਿ ਮੈਂ ਵੀ ਉਨੀ ਦੇਰ ਤੱਕ ਮੰਜੇ ਤੇ ਵਿਸ਼ਰਾਮ ਨਹੀਂ ਕਰਨਾ ਜਿੰਨੀ ਦੇਰ ਤੱਕ ਸਤਿਗੁਰੂ ਮਹਾਰਾਜ ਮੇਰੇ ਘਰ 'ਚ ਚਰਨ ਨਹੀਂ ਪਾ ਦਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਫਿਰ ਇੱਥੇ ਸਾਸਾਰਾਮ ਸਤਿਗੁਰੂ ਮਹਾਰਾਜ ਜਾਂਦੇ ਨੇ, ਬਨਾਰਸ ਤੋਂ ਅੱਗੇ ਸਾਸਾਰਾਮ ਦਾ ਜ਼ਿਕਰ ਆਉਂਦਾ ਹੈ, ਤੇ ਮਹਾਰਾਜ ਜੀ ਉਹਦੇ ਘਰ ਦੇ ਵਿੱਚ ਗਏ ਤੇ ਸਤਿਗੁਰੂ ਮਹਾਰਾਜ ਘੋੜੇ ਤੇ ਸਵਾਰ ਹੋ ਕਰਕੇ ਹੀ ਅੰਦਰ ਚਲੇ ਗਏ। ਹੁਣ ਮਨ ਦੇ ਵਿੱਚ ਭਾਵਨਾ ਸੀ ਤੇ ਸਿੱਖ ਜਿਵੇਂ ਦੀ ਭਾਵਨਾ ਲੈ ਕੇ ਬੈਠਾ ਸੀ, ਸਤਿਗੁਰੂ ਮਹਾਰਾਜ ਜੀ ਨੇ ਬਿਲਕੁਲ ਉਸੇ ਤਰ੍ਹਾਂ ਦੀ ਭਾਵਨਾ ਪੂਰਨ ਕੀਤੀ। ਮਹਾਰਾਜ ਅੰਦਰ ਜਾਂਦੇ ਨੇ, ਅੰਦਰ ਜਾਣ ਤੋਂ ਬਾਅਦ ਵਿੱਚ ਆਵਾਜ਼ ਦਿੰਦੇ ਨੇ, ਤੇ ਆਵਾਜ਼ ਦਿੰਦੇ ਨੇ ਚਾਚੇ ਫੱਗੂ ਨੂੰ, ਦੌੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਇਆ। ਮਹਾਰਾਜ ਘੋੜੇ ਤੋਂ ਉਤਰਨ ਲੱਗੇ ਨੇ ਤੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਰਕਾਬ ਤੋਂ ਚਰਨ ਜਿਹੜੇ ਨੇ ਉਹ ਜ਼ਮੀਨ ਤੇ ਨਾ ਰੱਖਿਓ, ਪਹਿਲਾਂ ਇੱਕ ਵਾਰੀ ਆਪਣੇ ਸਿੱਖ ਦੇ ਸੀਸ ਦੇ ਉੱਪਰ ਚਰਨ ਲਾਉਣਾ ਕਰੋ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਸੀਸ ਆਪਣਾ ਛੁਹਾਉਣਾ ਕੀਤਾ ਚਾਚੇ ਫੱਗੂ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਵਾਸਤੇ ਜਿਹੜਾ ਵਿਹੜੇ ਦੇ ਵਿੱਚ ਥੜਾ ਬਣਾਇਆ ਸੀ, ਮਹਾਰਾਜ ਉੱਥੇ ਬਿਰਾਜੇ। ਸਤਿਗੁਰੂ ਮਹਾਰਾਜ ਜੀ ਦੇ ਨਾਲ ਬਹੁਤ ਹੀ ਸੰਗਤ ਸੀ ਜਿਹੜੀ ਉਹ ਘਰ ਦੇ ਵਿਹੜੇ ਦੇ ਵਿੱਚ ਜਿਹੜਾ ਸੀ ਉਹ ਬੈਠੀ। ਮਾਤਾ ਗੁਜਰੀ ਜੀ ਤੇ ਸਤਿਕਾਰਯੋਗ ਮਾਤਾ ਨਾਨਕੀ ਜਿਹੜੇ ਸਨ ਉਹ ਵੀ ਇਸੇ ਘਰ ਦੇ ਵਿੱਚ ਆ ਕੇ ਟਿਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੰਗਤ ਦੇ ਵਿੱਚ ਬੈਠੇ ਨੇ ਤੇ ਸਤਿਗੁਰੂ ਮਹਾਰਾਜ ਜੀ ਨੇ ਚਾਚਾ ਫੱਗੂ ਨੂੰ ਆਖਿਆ, ਕਿਉਂਕਿ ਉਹ ਮਸੰਦ ਸੀ, ਸੰਗਤ ਦੀ ਜਿਹੜੀ ਦਸਵੰਧ ਦੀ ਭੇਟਾ ਸੀ ਉਹ ਇਕੱਠੀ ਕਰਨੀ ਤੇ ਗੁਰੂ ਘਰ ਵਿਖੇ ਪਹੁੰਚਾਉਣ ਦੀ ਉਹਨਾਂ ਦੀ ਡਿਊਟੀ ਸੇਵਾ ਸੀ। ਮਹਾਰਾਜ ਨੇ ਕਿਹਾ ਕਿ ਚਾਚਾ ਫੱਗੂ, ਜਿਹੜੀ ਗੁਰੂ ਘਰ ਦੀ ਦਸਵੰਧ ਭੇਟਾ ਹੈ ਉਹ ਸਾਡੇ ਸਨਮੁਖ ਭੇਟ ਕਰੋ। ਫੱਗੂ ਜੀ ਨੇ ਜਿੰਨੀ ਵੀ ਭੇਟਾ ਸੀ ਉਹ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਮੁਸਕਰਾਉਂਦਿਆਂ ਹੋਇਆਂ ਆਖਿਆ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਫੱਗੂ, ਗੁਰੂ ਕੀ ਜਿਹੜੀ ਭੇਟਾ ਹੈ ਉਹਦੇ ਵਿੱਚ ਖਿਆਨਤ ਨਹੀਂ ਕਰੀਦੀ, ਇਮਾਨਦਾਰੀ ਦੇ ਨਾਲ ਉਹ ਸਾਰੀ ਭੇਟਾ ਦੇ ਦਈਦੀ ਹੈ। ਸੰਗਤ ਦੇਖ ਕੇ ਹੈਰਾਨ ਸੀ ਕਿ ਚਾਚਾ ਫੱਗੂ ਦਾ ਜੀਵਨ ਇਵੇਂ ਦਾ ਹੈ ਕਿ ਪਰ ਸਵਾਰਥੀ ਨਹੀਂ ਲੋਭ ਅਹੰਕਾਰ। ਇਹ ਤਾਂ ਦੂਸਰੇ ਦਾ ਸਵਾਰਥ ਪੂਰਾ ਕਰਨ ਵਾਲੇ ਸੀ, ਨਹਿ ਲੋਭ ਅਹੰਕਾਰ ਇਹਨਾਂ ਦੇ ਮਨ ਦੇ ਵਿੱਚ ਤੇ ਜਰਾ ਜਿੰਨਾ ਵੀ ਲੋਭ ਤੇ ਹੰਕਾਰ ਨਹੀਂ ਸੀ। ਅਸੀਂ ਤਾਂ ਦੇਖਿਆ ਇਹਨਾਂ ਦੇ ਜੀਵਨ ਨੂੰ ਕਿ ਇਹ ਬੜਾ ਸੁੱਚਾ ਸੱਚਾ, ਬੜਾ ਸਾਦਗੀ ਵਾਲਾ ਤੇ ਪਰਉਪਕਾਰ ਦੇ ਨਾਲ ਭਰਿਆ ਹੋਇਆ ਜੀਵਨ ਬਤੀਤ ਕਰਦੇ ਆ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਰੱਖਿਆ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਅਜਾਨ ਹਾਂ, ਮੈਂ ਭੁੱਲਣਹਾਰ ਹਾਂ, ਮੇਰੇ ਅੰਦਰ ਇੰਨੀ ਸਮਰੱਥਾ ਨਹੀਂ ਕਿ ਮੈਂ ਇਮਾਨਦਾਰੀ ਰੱਖ ਸਕਾਂ। ਸਤਿਗੁਰੂ ਮਹਾਰਾਜ ਆਪ ਕਿਰਪਾ ਕਰੋ। ਮੈਂ ਆਪਣੀ ਬੁੱਧੀ ਅਨੁਸਾਰ ਜਿਤਨੀ ਕਿ ਮੇਰੇ ਕੋਲ ਸਤਿਗੁਰੂ ਮਹਾਰਾਜ ਵਸਤੂ ਸੀ, ਜਿੰਨਾ ਧਨ ਸੀ ਜਾਂ ਜੋ ਦਸਵੰਧ ਸੀ, ਮਹਾਰਾਜ ਮੈਂ ਭੇਟ ਕਰ ਦਿੱਤਾ। ਜੋ ਸੰਗਤਾਂ ਮੇਰੇ ਤੱਕ ਪਹੁੰਚਾਉਂਦੀਆਂ, ਮਹਾਰਾਜ ਮੈਂ ਉਹਦੇ ਵਿੱਚੋਂ ਕੁਝ ਵੀ ਨਹੀਂ ਰੱਖਿਆ, ਉਹ ਆਪ ਜੀ ਦੇ ਸਨਮੁਖ ਭੇਟ ਕੀਤਾ ਹੈ। ਸਤਿਗੁਰੂ ਮਹਾਰਾਜ ਆਪ ਕਿਰਪਾ ਕਰਕੇ, ਆਪ ਅੰਦਰ ਦੀਆਂ ਜਾਣਦੇ ਹੋ, ਆਪ ਜੀ ਨੂੰ ਸਾਡੇ ਅੰਦਰ ਦੇ ਗੰਢਾਂ ਦਾ ਵੀ ਪਤਾ ਹੈ, ਸਾਡੇ ਔਗਣਾਂ ਦਾ ਵੀ ਪਤਾ ਹੈ, ਤੇ ਮਹਾਰਾਜ ਆਪ ਕਿਰਪਾ ਕਰਕੇ ਆਪਣਾ ਦਸਵੰਧ ਆਪ ਹੀ ਲੈ ਲਵੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਉਸ ਵੇਲੇ ਕਿਹਾ ਸੀ, ਫੱਗੂ, ਜਿਹੜੀ ਤੇਰੇ ਘਰ ਦੇ ਵਿਹੜੇ ਦੇ ਵਿੱਚ ਬੇਰੀ ਉੱਗੀ ਹੋਈ ਹੈ
ਉਸ ਬੇਰੀ ਦੇ ਜਿਹੜੇ ਬੇਰ ਨੇ ਉਹ ਵੀ ਸਾਡਾ ਦਸਵੰਧ ਨੇ, ਤੇ ਤੂੰ ਉਹ ਭੇਟ ਕਿਉਂ ਨਹੀਂ ਕੀਤਾ। ਫੱਗੂ ਦੀਆਂ ਅੱਖਾਂ ਜਿਹੜੀਆਂ ਸੀ ਉਹ ਜਲ ਦੇ ਨਾਲ ਉਛਲ ਆਈਆਂ, ਜਲ ਨੇਤਰਾਂ 'ਚ ਵਗਣਾ ਸ਼ੁਰੂ ਹੋਇਆ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨੂੰ ਕੁੱਟ ਕਰਕੇ ਫੜ ਲਿਆ। ਸੰਗਤ ਦੇਖ ਕੇ ਹੈਰਾਨ ਹੈ ਕਿ ਬੇਰੀ ਦੇ ਬੇਰ ਦਸਵੰਧ ਕਿਵੇਂ। ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਫੜ ਕੇ ਤੇ ਭਾਈ ਫੱਗੂ ਜਿਹੜੇ ਸਨ ਉਹ ਜ਼ਾਰੋ ਜ਼ਾਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਨੀਰ ਡੁੱਲਦਾ ਪਿਆ ਹੈ, ਤੇ ਨਾਲ ਹੀ ਬਚਨ ਕਹਿੰਦੇ ਪਏ ਨੇ, ਸਤਿਗੁਰੂ ਤੂੰ ਕਿੰਨਾ ਦਿਆਲ ਹੈ, ਤੂੰ ਕਿੰਨਾ ਕਿਰਪਾ ਕਰਨ ਵਾਲਾ ਹੈ, ਤੂੰ ਸਾਡੇ ਔਗਣ ਨਹੀਂ ਵੇਖਦਾ, ਸਾਡੀ ਤੁੱਛ ਭੇਟਾ ਨੂੰ ਵੀ ਭੇਟਾ ਜਾਣ ਕੇ ਪ੍ਰਵਾਨ ਕਰ ਲੈਣਾ ਹੈ। ਸੰਗਤ ਹੈਰਾਨ ਹੁੰਦੀ। ਚਾਚੇ ਫੱਗੂ ਗਏ, ਉਹਨਾਂ ਨੇ ਬੇਰ ਤੋੜ ਕੇ ਲੈ ਕੇ ਆਂਦੇ ਉਸ ਬੇਰੀ ਦੇ, ਮਹਾਰਾਜ ਜੀ ਦੇ ਸਨਮੁਖ ਲਿਆ ਕੇ ਰੱਖ ਦਿੱਤੇ। ਤੇ ਸੰਗਤ ਜਿਵੇਂ ਹੈਰਾਨੀ ਦੇ ਨਾਲ ਪੁੱਛਣਾ ਚਾਹੁੰਦੀ ਹੈ ਕਿ ਮਹਾਰਾਜ ਬੇਰੀ ਦੇ ਬੇਰ ਵੀ ਸੰਬੰਧ ਕਿਵੇਂ ਹੋ ਸਕਦੇ ਆ। ਮਹਾਰਾਜ ਨੇ ਸੰਗਤ ਦੇ ਮਨ ਦੀ ਭਾਵਨਾ ਨੂੰ ਪੜ੍ਹਦਿਆਂ ਹੋਇਆਂ ਫੱਗੂ ਨੂੰ ਬੇਨਤੀ ਕੀਤੀ, ਕਹਿਣ ਲੱਗੇ, ਫੱਗੂ ਇਹ ਸੰਗਤ ਨੂੰ ਵੀ ਦੱਸ ਕੇ ਇਹ ਬੇਰੀ ਦੇ ਬੇਰ ਦਾ ਸੰਬੰਧ ਕਿਵੇਂ ਨੇ। ਫੱਗੂ ਨੇ ਸਾਰੀ ਸੰਗਤ ਨੂੰ ਘਟਨਾ ਸੁਣਾਉਣੀ ਕੀਤੀ ਕਿ ਮੈਂ ਜਿਵੇਂ ਸਤਿਗੁਰੂ ਮਹਾਰਾਜ ਨੇ ਮੈਨੂੰ ਸੇਵਾ ਲਾਈ, ਮੈਂ ਦਸਵੰਧ ਇਕੱਠਾ ਕਰਨ ਵਾਸਤੇ ਜਦੋਂ ਸੰਗਤ ਦੇ ਵਿੱਚ ਗਿਆ, ਇੱਕ ਘਰ ਦੇ ਵਿੱਚ ਗਿਆ, ਤੇ ਉਹ ਘਰ ਦੇ ਵਿੱਚ ਆਪ ਜਿਹੜੇ ਬਹੁਤ ਪ੍ਰੇਮੀ ਤੇ ਸਤਿਗੁਰੂ ਮਹਾਰਾਜ ਵਾਸਤੇ ਉਹਨਾਂ ਦਸਵੰਧ ਕੱਢਣਾ, ਪ੍ਰੇਮ ਕਰਨਾ, ਉਹ ਘਰ ਦੇ ਵਿੱਚ ਨਹੀਂ ਸੀ। ਘਰ ਦੇ ਵਿੱਚ ਜਿਹੜੀ ਉਹਨਾਂ ਦੀ ਨੂੰਹ ਸੀ ਉਹ ਥੋੜ੍ਹੇ ਜਿਹੇ ਗੁੱਸੇ ਵਾਲੇ ਸੁਭਾਅ ਦੀ ਸੀ, ਕੁਰਖਤ ਜਿਹਾ ਉਹਨੇ ਸੁਭਾਅ ਰੱਖਣਾ। ਮੈਂ ਜਾ ਕੇ ਬੇਨਤੀ ਜਦੋਂ ਕੀਤੀ ਕਿ ਮੈਂ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਆਇਆ ਕਿ ਗੁਰੂ ਕਾ ਦਸਵੰਧ ਕਰਨ, ਇਕੱਠਾ ਕਰਨ ਦੀ ਮੇਰੀ ਸੇਵਾ ਲੱਗੀ ਹੈ, ਤੇ ਆਪ ਜਿਹੜਾ ਹੈ ਉਹ ਦਸਵੰਧ ਦੇਣਾ ਕਰੋ। ਕਹਿੰਦੇ ਉਹ ਬੀਬੀ ਨੇ ਪਹਿਲੋਂ ਤੇ ਮੈਨੂੰ ਨਾ ਕਰ ਦਿੱਤੀ ਕਿ ਘਰ 'ਚ ਕੋਈ ਨਹੀਂ, ਜਦੋਂ ਆਉਣਗੇ ਤੇ ਉਦੋਂ ਲੈ ਜਾਇਓ। ਮੈਂ ਫਿਰ ਬੇਨਤੀ ਕੀਤੀ ਕਿ ਮੈਂ ਬਹੁਤ ਦੂਰੋਂ ਚੱਲ ਕੇ ਆਇਆ, ਹੋ ਸਕਦਾ ਹੈ ਕਿ ਫਿਰ ਛੇਤੀ ਦੇ ਨਾਲ ਇਸ ਪਾਸੇ ਆਉਣਾ ਨਾ ਹੋਵੇ, ਇਸ ਕਰਕੇ ਜੋ ਵੀ ਤੁਸੀਂ ਦੇਣਾ ਚਾਹੁੰਦੇ ਹੋ, ਜੋ ਤੁਹਾਡੇ ਮਨ 'ਚ ਹੈ, ਜਾਂ ਜੋ ਘਰ ਦੇ ਵਿੱਚ ਦਸਵੰਧ ਰੱਖਿਆ ਤੁਸੀਂ ਉਹ ਦੇ ਦਿਓ। ਉਹ ਬੀਬੀ ਅਜੇ ਝਾੜੂ ਲਾ ਕੇ ਤੇ ਉਹਨੇ ਇੱਕ ਕੂੜਾ ਜਿਹੜਾ ਸੀ ਉਹ ਇਕੱਠਾ ਕਰਕੇ ਰੱਖਿਆ ਹੋਇਆ ਸੀ ਕਿ ਸੁੱਟਣ ਵਾਸਤੇ, ਤੇ ਉਹਨੇ ਕਿਹਾ ਕਿ ਲਿਆ ਫਿਰ ਝੋਲੀ ਕਰ, ਮੈਂ ਅੱਜ ਜੋ ਪਾਉਣਾ ਤੇਰੀ ਝੋਲੀ ਦੇ ਵਿੱਚ ਉਹਨੂੰ ਹੀ ਦਸਵੰਧ ਜਾਣ ਕੇ ਲੈ ਜੀ। ਉਹ ਜਿਹੜਾ ਕੂੜਾ ਸੀ ਉਹਨੇ ਇਕੱਠਾ ਕੀਤਾ ਹੋਇਆ ਉਹ ਚਾਚੇ ਫੱਗੂ ਦੀ ਝੋਲੀ ਵਿੱਚ ਪਾ ਦਿੱਤਾ। ਪਰ ਚਾਚਾ ਫੱਗੂ ਇੰਨਾ ਕੁ ਮਨ ਦੇ ਵਿੱਚ ਉਹਨਾਂ ਦੇ ਨਿਮਰਤਾ ਹੈ, ਇੰਨਾ ਕੁ ਟਿਕਿਆ ਹੋਇਆ ਮਨ ਹੈ ਕਿ ਮੂੰਹ ਦੇ ਵਿੱਚੋਂ ਕੋਈ ਵੀ ਮਾੜਾ ਬਚਨ ਨਹੀਂ ਕੱਢਿਆ, ਤੇ ਸਤਿਨਾਮ ਵਾਹਿਗੁਰੂ ਕਹਿੰਦਿਆਂ ਹੋਇਆਂ ਉੱਥੋਂ ਚੱਲ ਪਏ। ਘਰੇ ਪਹੁੰਚਦੇ ਨੇ, ਤੇ ਘਰੇ ਪਹੁੰਚ ਕਰਕੇ ਉਹਨਾਂ ਨੇ ਉਸ ਕੂੜੇ ਨੂੰ ਛਾਣਿਆ ਚੰਗੀ ਤਰ੍ਹਾਂ, ਉਹਨੂੰ ਧੋਤਾ, ਤੇ ਉਹਦੇ ਵਿੱਚ ਇੱਕ ਬੇਰੀ ਦੇ ਬੇਰ ਦੀ ਗਿੜਕ ਨਿਕਲੀ, ਤੇ ਅਰਦਾਸ ਕੀਤੀ, ਸਤਿਗੁਰੂ ਮਹਾਰਾਜ ਇਹਨੂੰ ਪਤਾ ਕੋਈ ਨਹੀਂ, ਇਹਨੇ ਆਪਣੇ ਬਚਨਾਂ ਦੇ ਵਿੱਚ ਗੁਰੂ ਕੀ ਨਰਾਦਰੀ ਕੀਤੀ, ਪਰ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਿਓ, ਇਹਨਾਂ ਦੀ ਭਾਵਨਾ ਐਸੀ ਨਾ ਕਿਤੇ ਬਣ ਜਾਵੇ ਕਿ ਗੁਰੂ ਘਰ ਵਿੱਚ ਟੁੱਟ ਜਾਣ, ਇਹਨਾਂ ਦਾ ਜੀਵਨ ਜਿਹੜਾ ਹੈ ਉਹ ਵਿਕਾਰਾਂ 'ਚ ਨਾ ਫਸ ਜਾਏ। ਆਪ ਇਸ ਗਿੜਕ ਨੂੰ ਵੀ ਦਸਵੰਧ ਜਾਣ ਕੇ ਪ੍ਰਵਾਨ ਕਰ ਲਿਓ। ਚਾਚਾ ਫੱਗੂ ਕਹਿੰਦੇ ਮੈਂ ਫਿਰ ਉਹ ਗਿੜਕ ਜਿਹੜੀ ਸੀ ਉਹ ਵਿਹੜੇ ਦੇ ਵਿੱਚ ਲਾ ਦਿੱਤੀ, ਉਹਦਾ ਅੰਕੁਰ ਫੁੱਟਿਆ, ਉਹ ਦਰਖਤ ਬਣਿਆ, ਤੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਉਸ ਗਿੜਕ ਨੂੰ ਵੀ ਦਸਵੰਧ ਜਾਣ ਕੇ ਪ੍ਰਵਾਨ ਕਰ ਲਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਭਾਵਨਾ ਅੰਦਰ ਠੀਕ ਹੋਵੇ ਨਾ, ਤੇ ਸਤਿਗੁਰੂ ਮਹਾਰਾਜ ਅੱਗੇ ਕੌਡੀ ਵੀ ਭੇਟਾ ਕਰ ਦੇਵੋਗੇ, ਤੇ ਸਤਿਗੁਰੂ ਮਹਾਰਾਜ ਉਸ ਕੌਡੀ ਨੂੰ ਵੀ ਆਪਣੇ ਜਿਹੜਾ ਦਰ 'ਤੇ ਪ੍ਰਵਾਨ ਕਰ ਲੈਂਦੇ ਨੇ। ਪਰ ਜੇਕਰ ਭਾਵਨਾ ਠੀਕ ਨਹੀਂ, ਤੇ ਬਿਨਾਂ ਭਾਵਨਾ ਤੋਂ ਲੱਖਾਂ ਕਰੋੜਾਂ ਜਿਹੜੇ ਨੇ ਉਹ ਦਾਨ ਕੀਤੇ, ਉਹ ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਨੇ। ਲੋਭ ਕਰਕੇ ਦੇ ਮੰਗੇ ਸਹਸਾ ਗੁਨਾਹ, ਸੋਭ ਕਰੇ ਸੰਸਾਰ। ਇਸ ਕਰਕੇ ਸੰਸਾਰੀ ਜਿਹੜਾ ਹੈ ਉਹ ਦਾਨ ਦਿੰਦਾ, ਇਸ ਕਰਕੇ ਕਿਸੇ ਨੂੰ ਦਿੰਦਾ ਪਿਆ ਕਿ ਮੇਰੀ ਜਗਤ ਵਿੱਚ ਸੋਭਾ ਹੋਵੇ, ਲੋਕ ਵਡਿਆਈ ਕਰਨ, ਲੋਕ ਕਹਿਣ ਕਿ ਫਲਾਨਾ ਬਹੁਤ ਦਾਨੀ, ਫਲਾਨੇ ਵਰਗਾ ਦਾਨ ਕਰਨ ਵਾਲਾ ਕੋਈ ਨਹੀਂ, ਤੇ ਮਨ ਦੇ ਵਿੱਚ ਇਹ ਵੀ ਨਾਲ ਇੱਛਾ ਰੱਖ ਲੈਂਦੇ ਨੇ ਕਿ ਦੇ ਮੰਗੇ ਸਹਸਾ ਗੁਨਾਹ, ਕਿ ਜਿੰਨਾ ਅਸੀਂ ਦਿੱਤਾ ਉਹਨੇ ਵੱਧ ਚੜ੍ਹ ਕੇ ਵੀ ਸਾਨੂੰ ਮਿਲਣਾ ਚਾਹੀਦਾ। ਕਿਉਂਕਿ ਪੁਰਾਣੇ ਸਮੇਂ ਤੋਂ ਹੀ ਅਸੀਂ ਪੜ੍ਹਦੇ ਸੁਣਦੇ ਆਉਂਦੇ ਆ
ਕਿ ਦਾਨ ਜਿਹੜਾ ਹੈ ਉਹ ਫਲੀਭੂਤ ਹੋ ਕੇ ਮਿਲਦਾ ਹੈ, ਉਹਦਾ ਬਹੁਤ ਗੁਣਾ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਇੱਕ ਪਾਸੇ ਸੋਭਾ ਸੰਸਾਰ ਦੀ ਲੋਚਦਾ ਹੈ, ਦਾਨੀ ਜਿਹੜਾ ਸੰਸਾਰ ਤੇ ਵਿਖਾਵੇ ਦੇ ਨਾਲ ਦਾਨ ਕਰਦਾ ਹੈ। ਦੂਸਰਾ, ਉਹਦੇ ਮਨ ਦੇ ਵਿੱਚ ਇਹ ਵੀ ਇੱਛਾ ਹੁੰਦੀ ਹੈ ਕਿ ਮੈਨੂੰ ਦਿੱਤਾ ਹੋਇਆ ਜਿਹੜਾ ਦਾਨ ਹੈ ਉਹ ਬਹੁਤਾ ਵਾਪਸ ਪ੍ਰਾਪਤ ਹੋ ਸਕੇ। ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਮਹਾਰਾਜ ਜੀ ਨੇ ਫਿਰ ਫੱਗੂ ਦੀ ਭਾਵਨਾ ਨੂੰ ਦੇਖ ਕੇ ਕਿਹਾ ਸੀ, ਪਰ ਸਵਾਰਥੀ ਨਹੀਂ ਲੋਭ ਅਹੰਕਾਰ। ਨਾ ਤੇ ਤੇਰੇ ਅੰਦਰ ਇਹ ਹੈ ਕਿ ਤੂੰ ਕਿਸੇ ਦਾ ਧਨ ਰੱਖ ਕੇ ਤੇ ਆਪਣਾ ਸਵਾਰਥ ਪੂਰਾ ਕਰੇ। ਤੇਰੇ ਮਨ ਦੇ ਵਿੱਚ ਫੱਗੂ ਇਹ ਇੱਛਾ ਹੈ ਕਿ ਕਿਸੇ ਦੂਸਰੇ ਦਾ ਸਵਾਰਥ ਪੂਰਾ ਹੋ ਸਕੇ। ਮੇਰੇ ਕਰਕੇ ਜੇ ਮੈਂ ਕਿਸੇ ਦੇ ਕੰਮ ਆ ਗਿਆ ਤੇ ਕਿਸੇ ਦੂਸਰੇ ਦੀ ਲੋੜ ਪੂਰੀ ਹੋ ਗਈ, ਇਸ ਤੋਂ ਵੱਡਾ ਫਲ ਕਿਹੜਾ ਹੈ। ਦੂਸਰੀ ਗੱਲ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਔਗਣ ਸੋਗੁਣ ਪ੍ਰਗਟਾਵਨ ਹਾਰ। ਔਗਣ ਤੇਰੇ ਵਿੱਚ ਕੋਈ ਨਹੀਂ, ਤੂੰ ਗੁਨਾਹ ਦਾ ਪ੍ਰਗਟ ਹੋਇਆ ਖਜ਼ਾਨਾ ਹੈ। ਮਮਕਾਰ ਸਦ ਕਰੇ ਆਰੰਭ, ਤੇ ਤੂੰ ਗੁਰੂ ਦੇ ਲੇਖੇ ਵਿੱਚ ਲੱਗ ਕਰਕੇ ਸਾਡੇ ਕਾਰਜ ਵਿੱਚ ਜੁਟਿਆ। ਮੇਰੇ ਪੰਥ ਕੇ ਥੰਮਨ ਥੰਬ, ਮਹਾਰਾਜ ਕਹਿੰਦੇ ਤੂੰ ਸਿੱਖੀ ਦਾ ਫਿਰ ਥੰਮ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਫੱਗੂ ਤੂੰ ਸਿੱਖੀ ਦਾ ਥੰਮ ਬਣ ਕੇ ਆਇਆ। ਹੇ ਫੱਗੂ ਤੂੰ ਗੁਰਮੁਖ ਸਿੱਖ, ਫੱਗੂ ਤੂੰ ਗੁਰਮੁਖ ਸਿੱਖ ਬਣਿਆ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਉੱਥੇ ਸੰਗਤ ਆਈ, ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਨ ਜਿਹੜਾ ਹੈ ਉਹ ਟਿਕਦਾ ਨਹੀਂ, ਮਨ ਮਾਇਆ ਦੇ ਪਿੱਛੇ ਦੌੜਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ, ਇਹ ਮਨ ਵਸ ਵਿੱਚ ਕਿਵੇਂ ਆਵੇ, ਕਿਵੇਂ ਇਸ ਮਨ ਨੂੰ ਟਿਕਾਉਣਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਜੈਜਾਵੰਤੀ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ, ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ। ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋਂ ਸਭ ਸਾਜ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਜਗਤ ਵਿੱਚ ਜਿਸ ਦਾ ਜੀਵਨ ਕੇਵਲ ਮਾਇਆ ਦੀ ਡੋਰ ਦੇ ਨਾਲ ਬੱਝਿਆ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਮਾਇਆ ਕੋ ਸੰਗ ਛਾੜ। ਇਹ ਨਹੀਂ ਕਿਹਾ ਕਿ ਮਾਇਆ ਨੂੰ ਛੱਡ ਦੇ, ਮਾਇਆ ਚਾਹੀਦੀ ਨਹੀਂ। ਸਤਿਗੁਰੂ ਮਹਾਰਾਜ ਨੇ ਕਿਤੇ ਨਹੀਂ ਸਾਨੂੰ ਇਹ ਕਿਹਾ ਕਿ ਮਾਇਆ ਨਾ ਹੋਵੇ ਸਿੱਖ ਦੇ ਕੋਲ। ਸਿੱਖ ਗਰੀਬ ਹੋਣਾ ਚਾਹੀਦਾ, ਧਨ ਦੌਲਤ ਨਹੀਂ ਹੋਣੀ ਚਾਹੀਦੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿਸੇ ਫਕੀਰ ਨੇ ਪੁੱਛਿਆ ਸੀ ਕਿ ਫਕੀਰ ਦੇ ਕੋਲ ਜਿਹੜਾ ਹੈ ਉਹ ਦੌਲਤ ਹੋਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਹਾਂ ਹੋਣੀ ਚਾਹੀਦੀ, ਦੌਲਤ ਗੁਜਰਾਨ। ਸਤਿਗੁਰੂ ਮਹਾਰਾਜ ਨੂੰ ਪੁੱਛਿਆ ਗ੍ਰਸਤੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਪੁੱਤਰ ਨਿਸ਼ਾਨ ਕੁੱਲ ਹੋਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਸੀ ਔਰਤ ਈਮਾਨ। ਮਹਾਰਾਜ ਨੇ ਕਿਹਾ ਸੀ ਇਹ ਸਭ ਕੁਝ ਹੋਣੇ ਚਾਹੀਦੇ ਨੇ ਤਾਂ ਕਿ ਸਾਨੂੰ ਬਾਹਰ ਝਾਕਣ ਦੀ ਲੋੜ ਨਾ ਪਵੇ। ਜਿਹੜਾ ਗ੍ਰਸਤੀ ਹੋਵੇਗਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਏਕਾ ਨਾਰੀ ਜਤੀ ਕਹਾਵੇ, ਪਰ ਨਾੜੀ ਕੇ ਨੇੜ ਨਾ ਆਵੇ। ਜਿਹੜਾ ਗ੍ਰਸਤੀ ਆਪ ਹੈ ਉਹ ਜਤੀ ਹੈ, ਉਹਨੂੰ ਵਾਸਨਾ ਦੇ ਵਾਸਤੇ ਕਿਸੇ ਦੂਸਰੇ ਦੇ ਤਨ ਦੀ ਲੋੜ ਨਹੀਂ ਪਏਗੀ। ਸਤਿਗੁਰੂ ਮਹਾਰਾਜ ਨੇ ਗ੍ਰਸਤ ਦੇ ਦਿੱਤਾ। ਜਿੰਦੇ ਕੋਲ ਧਨ ਆਪਣੇ ਦੇ ਕੋਲ ਹੈ, ਇਮਾਨਦਾਰੀ ਕਿਰਤ ਦੇ ਨਾਲ ਦਸਾਂ ਨੌਵਾਂ ਦੀ ਕਿਰਤ ਕਰੇਗਾ, ਉਹ ਦਸਵੰਧ ਇਕੱਠਾ ਕਰੇਗਾ, ਉਹ ਧਨ ਇਕੱਠਾ ਕਰੇਗਾ, ਉਹਦੇ ਵਿੱਚੋਂ ਦਸਵੰਧ ਭੇਟ ਕਰੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਨਾਲ ਸਿੱਖ ਦੀਆਂ ਆਪਣੀਆਂ ਲੋੜਾਂ ਤੇ ਪੂਰੀਆਂ ਹੋਣਗੀਆਂ। ਜੇਕਰ ਕੋਈ ਜਗਿਆਸਾ ਰੱਖ ਕੇ ਉਹਦੇ ਦਰ ਦੇ ਉੱਤੇ ਆ ਜਾਵੇ, ਉਹਦੀ ਵੀ ਲੋੜ ਉਹ ਪੂਰੀ ਕਰ ਸਕਦਾ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਲੋਭ ਦੇ ਕਰਕੇ ਇਹ ਨਹੀਂ ਕਿ ਆਪਣਾ ਹੱਕ ਵੀ ਨਹੀਂ ਬਣਦਾ ਤੇ ਕਿਸੇ ਦੂਸਰੇ ਦੀ ਮਾਇਆ ਇਕੱਠੀ ਕਰੀ ਜਾਵੇ, ਕਿਸੇ ਦੂਸਰੇ ਤੋਂ ਖੋਹਣ ਦਾ ਯਤਨ ਕਰਦਾ ਹੋਵੇ। ਮਹਾਰਾਜ ਨੇ ਕਿਹਾ ਕਿ ਇਸ ਕਰਕੇ ਮੇਨ ਮੁੱਖ ਜਿਹੜਾ ਜ਼ਿੰਦਗੀ ਦਾ ਮਕਸਦ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਹੈ ਪਰਮਾਤਮਾ ਦੀ ਬੰਦਗੀ ਕਰਨੀ। ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ, ਇਹ ਤੇਰੇ ਜੀਵਨ ਦਾ ਅਸਲ ਕਾਰਜ ਹੈ, ਅਸਲ ਮਕਸਦ ਹੈ ਜ਼ਿੰਦਗੀ ਦਾ। ਮਾਇਆ ਕੋ ਸੰਗ ਛਾੜ ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਮਹਾਰਾਜ ਕਹਿੰਦੇ ਇਹ ਜਗਤ ਦੇ ਜਿੰਨੇ ਵੀ ਤੂੰ ਦੇਖਦਾ ਹੈ ਕਿ ਸੁੱਖ ਦੇ ਸਾਧਨ ਜਾਂ ਸੁੱਖ ਦੇ ਸਾਜ਼ ਇਕੱਠੇ ਕਰਕੇ ਬੈਠਾ ਹੈ, ਜਿਨ੍ਹਾਂ ਸਾਜ਼ਾਂ ਦੀ ਆਵਾਜ਼ ਨਾਲ ਤੈਨੂੰ ਆਨੰਦ ਆਉਂਦਾ ਹੈ, ਮਹਾਰਾਜ ਕਹਿੰਦੇ ਇਹ ਸਾਜ਼ ਇੱਕ ਦਿਨ ਬੰਦ ਹੋਣੇ ਆ। ਇਹਨਾਂ ਸਾਜ਼ਾਂ ਦੇ ਵਿੱਚ, ਇਹਨਾਂ ਸੁੱਖਾਂ ਦੇ ਵਿੱਚ ਜੇਕਰ
ਜੀਵਨ ਬਤੀਤ ਹੁੰਦਾ ਗਿਆ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਜੀਵਨ ਦੇ ਅਮੋਲਕ ਜਿਹੜੇ ਸਵਾਸ ਨੇ ਇਹ ਗਵਾਚ ਜਾਣਗੇ, ਇਹ ਖਤਮ ਹੋ ਜਾਣਗੇ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉੱਥੇ ਫਿਰ ਇਹ ਜੈਜਾਵੰਤੀ ਰਾਗ ਦੇ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਆਪ ਸਤਿਗੁਰੂ ਮਹਾਰਾਜ ਫਿਰ ਬਾਹਰ ਅਸਥਾਨ ਹੈ ਗੁਰੂ ਕਾ ਬਾਗ, ਉਸ ਅਸਥਾਨ 'ਤੇ ਟਿਕੇ। ਜਿਹੜੇ ਦੋਨੋਂ ਮਾਤਾ ਸਨ, ਸਤਿਕਾਰਯੋਗ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ, ਉਹ ਇਸੇ ਘਰ ਦੇ ਵਿੱਚ ਹੀ ਉਹਨਾਂ ਨੇ ਟਿਕਾਣਾ ਕੀਤਾ। ਇਸ ਤੋਂ ਅਗਲੇਰਾ ਸਫ਼ਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਆਪਾਂ ਸਾਂਝ ਪਾਵਾਂਗੇ। ਰੋਜ਼ਾਨਾ ਦੀ ਤਰ੍ਹਾਂ ਅਰਦਾਸ ਕਰੀਏ, ਸਤਿਗੁਰੂ ਮਹਾਰਾਜ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੇ